ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਚੈਨਲ ਪੰਜਾਬੀ ਸਟੋਰੀ ਮਿਲ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਆਪਾਂ ਪੱਖਪਾਤ ਕਹਾਣੀ ਦਾ ਭਾਗ 6ਵਾਂ ਲੈ ਕੇ ਆਏ ਹਾਂ, ਜੋ ਕਿ ਸੰਦੀਪ ਕੌਰ ਦੁਆਰਾ ਲਿਖੀ ਗਈ ਆ। ਆਓ ਅੱਜ ਦਾ ਭਾਗ ਸ਼ੁਰੂ ਕਰੀਏ। ਉਮੀਦ ਹੈ ਤੁਹਾਨੂੰ ਇਹ ਭਾਗ ਵੀ ਵਧੀਆ ਲੱਗੇਗਾ। ਗੁਰਚਰਨ ਨੇ ਕਰਿਆ ਕਿ ਸੀਰਤ ਦਾ ਰਿਸ਼ਤਾ ਪੱਕਾ ਹੋਣ ਦੀ ਖਬਰ ਸਾਰਿਆਂ ਨੂੰ ਸੁਣਾਈ। ਸੀਰਤ ਨੇ ਕੁਝ ਨਹੀਂ ਬੋਲਿਆ, ਕਿਉਂਕਿ ਹੁਣ ਉਹ ਜਾਣ ਚੁੱਕੀ ਸੀ ਕਿ ਉਸਦੀ ਇਹੋ ਕਿਸਮਤ ਆ ਜਿਸ ਦੇ ਅੱਗੇ ਉਸਦਾ ਜ਼ੋਰ ਨਹੀਂ ਚੱਲਣਾ। ਇਸ ਤਰ੍ਹਾਂ ਉਹ ਆਪਣੀ ਕਿਸਮਤ ਅੱਗੇ ਹਾਰ ਗਈ। ਇਸ ਤਰ੍ਹਾਂ ਕੁਝ ਦਿਨਾਂ ਵਿੱਚ ਕਿ ਉਸਦੇ ਸਿਰ ਦੀ ਚੁੰਨੀ ਚੜਾਈ ਅਤੇ ਹਫ਼ਤੇ ਬਾਅਦ ਹੀ ਵਿਆਹ ਰੱਖ ਦਿੱਤਾ ਗਿਆ। ਸੀਰਤ ਦਾ ਵਿਆਹ ਵੀ ਗੁਰਚਰਨ ਨੇ ਬਾਕੀ ਵਿਆਹਾਂ ਵਾਂਗ ਹੀ ਕੀਤਾ। ਜਿਵੇਂ ਆਪਣੀਆਂ ਵੱਡੀਆਂ ਦੋਨੋਂ ਕੁੜੀਆਂ ਨੂੰ ਦਾਜ ਦਹੇਜ ਦਿੱਤਾ ਸੀ, ਇਸ ਤਰ੍ਹਾਂ ਹੀ ਸੀਰਤ ਨੂੰ ਵੀ ਸਾਰਾ ਸਮਾਨ ਦਿੱਤਾ ਗਿਆ। ਕਿਸੇ ਚੀਜ਼ ਦੀ ਕੋਈ ਕਮੀ ਨਾ ਰੱਖੀ ਗਈ। ਪਰ ਲੋਕਾਂ ਨੇ ਉਹਦੇ ਵਿਆਹ ਵਿੱਚ ਵੀ ਗੱਲਾਂ ਕਰਨ ਦੀ ਕੋਈ ਕਸਰ ਨਾ ਛੱਡੀ ਤੇ ਇਹ ਗੱਲਾਂ ਮੁੰਡੇ ਵਾਲਿਆਂ ਦੇ ਰਿਸ਼ਤੇਦਾਰਾਂ ਦੀ ਕੰਨੀ ਵੀ ਪੈ ਗਈਆਂ ਸਨ। ਵਿਆਹ ਵਿੱਚ ਹੀ ਗੱਲਾਂ ਹੋਣ ਲੱਗੀਆਂ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਸਤਵੰਤ ਵੀ ਇੰਗਲੈਂਡ ਚਲਾ ਗਿਆ। ਹੁਣ ਘਰ ਵਿੱਚ ਬੜੀ ਸ਼ਾਂਤੀ ਪਸਰ ਗਈ ਸੀ। ਵਿੰਦਰ ਤਾਂ ਹੁਣ ਜਮਾ ਹੀ ਚੁੱਪ ਜਿਹੀ ਹੋ ਗਈ ਸੀ। ਉਸਨੂੰ ਆਪਣੀ ਭੈਣ ਸੀਰਤ ਦੇ ਨਾਲ ਜੋ ਵੀ ਹੋਇਆ ਉਸ ਬਾਰੇ ਬਹੁਤ ਜ਼ਿਆਦਾ ਦੁੱਖ ਸੀ, ਕਿਉਂਕਿ ਉਸਨੂੰ ਵੀ ਅਹਿਸਾਸ ਸੀ ਕਿ ਕਿਸੇ ਹੋਰ ਨੂੰ ਪਸੰਦ ਕਰਨਾ ਤੇ ਵਿਆਹ ਕਿਸੇ ਹੋਰ ਨਾਲ ਕਰਨਾ ਕਿੰਨਾ ਔਖਾ ਹੁੰਦਾ ਹੈ। ਇਹੋ ਸੋਚ ਕੇ ਅੰਦਰੇ ਅੰਦਰ ਹੀ ਰੋ ਪੈਂਦੀ, ਕਿਉਂਕਿ ਉਹ ਵੀ ਹਰਦੀਪ ਨੂੰ ਪਸੰਦ ਕਰਨ ਲੱਗ ਪਈ ਸੀ। ਸੀਰਤ ਵਿਆਹ ਕੇ ਆਪਣੇ ਸਹੁਰੇ ਘਰ ਆ ਗਈ। ਉਹਦਾ ਸਹੁਰਾ ਘਰ ਕੋਈ ਬਹੁਤਾ ਅਮੀਰ ਨਹੀਂ ਸੀ ਤੇ ਨਾ ਹੀ ਉਹਨਾਂ ਕੋਲ ਕੋਈ ਜ਼ਮੀਨ ਜਾਇਦਾਦ ਸੀ। 2 ਕਮਰਿਆਂ ਦਾ ਘਰ ਜੋ ਪੂਰਾ ਕੱਚਾ ਸੀ। ਫਿਰ ਵੀ ਸੀਰਤ ਨੇ ਸਾਰਿਆਂ ਵਿੱਚ ਰੜ ਕੇ ਰਹਿਣ ਦੀ ਕੋਸ਼ਿਸ਼ ਕੀਤੀ, ਪਰ ਸਹੁਰੇ ਘਰ ਉਸਨੂੰ ਜ਼ਿਆਦਾ ਮਾਣ ਸਤਿਕਾਰ ਨਾ ਮਿਲਿਆ। ਉਸਦੀ ਸੱਸ ਬਹੁਤ ਜ਼ਿਆਦਾ ਕਪੱਤੀ ਸੀ। ਨਾ ਤਾਂ ਉਹ ਆਪਣੀ ਵੱਡੀ ਨੂੰਹ ਨੂੰ ਟਿਕਣ ਦਿੰਦੀ ਤੇ ਨਾ ਹੀ ਸੀਰਤ ਨੂੰ, ਕਿਉਂਕਿ ਉਸਦੀ ਸੱਸ ਨੂੰ ਵੀ ਹਰਜੀਤ ਦੀ ਬਰਾਤ ਵਿੱਚ ਗਏ ਗਲੀ ਮੁਹੱਲੇ ਦੇ ਲੋਕਾਂ ਕੋਲੋਂ ਸੀਰਤ ਦੇ ਵਿਆਹ ਵਿੱਚ ਸੁਣੀਆਂ ਗੱਲਾਂ ਪਤਾ ਲੱਗ ਚੁੱਕੀਆਂ ਸਨ। ਹਰ ਵੇਲੇ ਉਹ ਸੀਰਤ ਨੂੰ ਕੋਸਦੀ ਰਹਿੰਦੀ। ਸੀਰਤ ਚੁੱਪਚਾਪ ਸਭ ਗੱਲਾਂ ਸੁਣਦੀ ਰਹਿੰਦੀ ਸੀ। ਹਰਜੀਤ ਨੂੰ ਵੀ ਇਸ ਗੱਲ ਦਾ ਗੁੱਸਾ ਸੀ ਕਿ ਉਹਦੇ ਸਹੁਰੇ ਪਰਿਵਾਰ ਨੇ ਵਿਆਹ ਤੋਂ ਪਹਿਲਾਂ ਇਹ ਗੱਲਾਂ ਉਹਨਾਂ ਨੂੰ ਨਹੀਂ ਦੱਸੀਆਂ ਤੇ ਉਹਨਾਂ ਤੋਂ ਲੁਕੋ ਰੱਖਿਆ। ਇਸ ਲਈ ਹਰਜੀਤ ਸੀਰਤ ਨੂੰ ਵਿਆਹ ਦੇ 2 ਮਹੀਨੇ ਬਾਅਦ ਹੀ ਵਾਪਸ ਉਹਦੇ ਪੇਕੇ ਘਰ ਛੱਡ ਗਿਆ ਤੇ ਵਾਪਸ ਲੈਣ ਨਾ ਗਿਆ। ਗੁਰਚਰਨ ਸਿੰਘ ਕਈ ਵਾਰ ਹਰਜੀਤ ਤੇ ਉਹਦੇ ਪਰਿਵਾਰ ਨਾਲ ਗੱਲ ਕਰਨ ਆਉਂਦਾ, ਪਰ ਉਹ ਲੋਕ ਨਹੀਂ ਮੰਨ ਰਹੇ ਸਨ। ਕਿੰਨੀ ਵਾਰ ਤਾਂ ਆਪਣੇ ਦੋਸਤ ਮਹਿੰਦਰ ਸਿੰਘ ਨੂੰ ਵੀ ਗੱਲ ਕਰਨ ਭੇਜਿਆ, ਜੋ ਇਸ ਵਿਆਹ ਵਿੱਚ ਵਿਚੋਲਾ ਵੀ ਸੀ। ਫਿਰ ਇੱਕ ਦਿਨ ਆਪ ਸੀਰਤ ਦੇ ਗਰਭਵਤੀ ਹੋਣ ਦੀ ਖਬਰ ਵੀ ਆ ਸੁਣਾਈ। ਫਿਰ ਵੀ ਉਹਦੀ ਸੱਸ ਦਾ ਮਨ ਨਾ ਪਸੀਜਿਆ। ਇਸ ਤਰ੍ਹਾਂ ਹੀ 6 ਮਹੀਨੇ ਬੀਤ ਗਏ। ਕੋਈ ਗੱਲ ਬੰਦੀ ਨਾ ਦੇਖ ਕੇ ਫਿਰ ਗੁਰਚਰਨ ਸਿੰਘ ਨੇ ਪੰਚਾਇਤ ਇਕੱਠੀ ਕਰ ਲਈ ਤੇ ਪੰਚਾਇਤ ਦੇ ਬੰਦਿਆਂ ਨੂੰ ਨਾਲ ਲੈ ਕੇ ਹਰਜੀਤ ਦੇ ਪਿੰਡ ਪਹੁੰਚ ਗਿਆ। ਹਰਜੀਤ ਉਸ ਸਮੇਂ ਘਰ ਨਹੀਂ ਸੀ। ਪਿੰਡ ਵਿੱਚ ਹੀ ਕਿਸੇ ਦੇ ਘਰ ਕੰਮ ਕਰਨ ਗਿਆ ਹੋਇਆ ਸੀ। ਹਰਜੀਤ ਦੀ ਮਾਂ ਨੇ ਆਪਣੇ ਛੋਟੇ ਮੁੰਡੇ ਨੂੰ ਹਰਜੀਤ ਨੂੰ ਬੁਲਾਉਣ ਲਈ ਭੇਜਿਆ ਤੇ ਕਿਹਾ ਨਾਲ ਸਰਪੰਚ ਨੂੰ ਵੀ ਲੈਂਦਾ ਆਵੀਂ। ਹਰਜੀਤ ਆਪਣੇ ਨਾਲ ਸਰਪੰਚ ਨੂੰ ਲੈਂਦਾ ਆਇਆ। ਪੰਚਾਇਤ ਵਿੱਚ ਬੈਠ ਕੇ ਸਾਰੀ ਗੱਲਬਾਤ ਤੋਂ ਬਾਅਦ ਪੰਚਾਇਤ ਦੇ ਕਹਿਣ ਤੇ ਗੁਰਚਰਨ ਨੂੰ ਵੀ ਸੱਚ ਲੁਕਾਉਣ ਹਰਜੀਤ ਤੇ ਉਸਦੇ ਪਰਿਵਾਰ ਕੋਲੋਂ ਮਾਫੀ ਮੰਗਣੀ ਪਈ। ਹਰਜੀਤ ਸੀਰਤ ਨੂੰ ਵਾਪਸ ਲੈ ਕੇ ਆਉਣ ਨੂੰ ਮੰਨ ਗਿਆ ਸੀ। ਫਿਰ 1-2 ਦਿਨਾਂ ਬਾਅਦ ਹੀ ਹਰਜੀਤ ਸੀਰਤ ਨੂੰ ਆਪਣੇ ਸਹੁਰੇ ਘਰੋਂ ਵਾਪਸ ਲੈ ਆਇਆ। ਭਾਵੇਂ ਹਰਜੀਤ ਤੇ ਸੀਰਤ ਨੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕੀਤੀ ਸੀ, ਪਰ ਉਸਦੀ ਸੱਸ ਫਿਰ ਵੀ ਨਾ ਸੁਧਰੀ। ਸੀਰਤ ਦੀ ਸੱਸ ਆਪਣੇ ਪੁੱਤਰ ਹਰਜੀਤ ਨੂੰ ਤੇ ਸੀਰਤ ਨੂੰ ਟਿਕਣ ਨਾ ਦਿੰਦੀ। ਆਏ ਦਿਨ ਘਰ ਵਿੱਚ ਕਲੇਸ਼ ਹੁੰਦਾ ਰਹਿੰਦਾ। ਹਰਜੀਤ ਦਾ ਬਾਪੂ ਸ਼ਹਿਰ ਵਿੱਚ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਸੀ। ਉਹ ਮਹੀਨਾ ਘਰ ਨਾ ਆਉਂਦਾ। ਇਸ ਲਈ ਘਰ ਵਿੱਚ ਉਸਦੀ ਮਾਂ ਦੀ ਹੀ ਚੱਲਦੀ ਸੀ। ਉਹਦੀ ਮਾਂ ਉਹਦੇ ਵੀ ਸੀਰਤ ਦੇ ਖਿਲਾਫ ਕੰਨ ਭਰਦੀ ਰਹਿੰਦੀ। ਗਰਭ ਅਵਸਥਾ ਵਿੱਚ ਵੀ ਸੀਰਤ ਨੂੰ ਬਹੁਤ ਪਰੇਸ਼ਾਨ ਕਰਦੀ। ਇੱਕ ਦਿਨ ਤਾਂ ਹੱਦ ਹੀ ਹੋ ਗਈ ਸੀ ਜਦੋਂ ਉਸਨੇ ਆਪਣੇ ਮੁੰਡੇ ਹਰਜੀਤ ਤੇ ਸੀਰਤ ਨੂੰ ਘਰੋਂ ਕੱਢ ਦਿੱਤਾ। ਉਸਨੂੰ ਸੀਰਤ ਦੀ ਇਸ ਹਾਲਤ ਤੇ ਵੀ ਤਰਸ ਨਾ ਆਇਆ। ਹਰਜੀਤ ਵੀ ਬਹੁਤ ਗੁੱਸੇ ਵਾਲਾ ਇਨਸਾਨ ਸੀ। ਉਹ ਵੀ ਸਮਾਨ ਚੁੱਕ ਕੇ ਕਿਰਾਏ ਦੇ ਘਰ ਰਹਿਣ ਲੱਗਾ। ਦਾਸ ਵਿੱਚ ਮਿਲਿਆ ਸਾਰਾ ਘਰ ਗ੍ਰਸਤੀ ਦਾ ਸਮਾਨ ਹੀ ਉਹਨਾਂ ਦੋਨਾਂ ਦੇ ਕੰਮ ਆਇਆ।
ਦੋਵਾਂ ਨੇ ਨਵੇਂ ਸਿਰੇ ਤੋਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਸੀਰਤ ਨੂੰ ਪੈਰ ਪੈਰ ਤੇ ਦੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਉਹਨੇ ਇੱਕ ਸੁੰਗੜ ਗਹਿਣੀ ਵਾਂਗ ਹਰਜੀਤ ਦਾ ਸਾਥ ਦਿੱਤਾ ਤੇ ਆਪਣਾ ਘਰ ਚਲਾਇਆ। ਫਿਰ ਉਹਦੇ ਦੋਨਾਂ ਭਰਜਾਈਆਂ ਦੇ ਮੁੰਡੇ ਹੋਏ ਤਾਂ ਉਹਦੇ ਪੇਕਿਆਂ ਨੇ ਆਪਣੇ ਘਰ ਪ੍ਰੋਗਰਾਮ ਕਰਾਇਆ। ਸ਼ਿੰਦਰ ਤੇ ਮਿੰਦੋ ਵੀ ਪਹੁੰਚੀਆਂ ਤੇ ਸੀਰਤ ਵੀ ਹਰਜੀਤ ਨਾਲ ਗਈ। ਉਂਝ ਤਾਂ ਸਭ ਠੀਕ ਸੀ, ਸਭ ਖਿੜੇ ਮਿੱਥੇ ਮਿਲੇ, ਪਰ ਸ਼ਿੰਦਰ ਤੇ ਮਿੰਦੋ ਵਿੱਚ ਥੋੜਾ ਬਦਲਾਵ ਦੇਖਣ ਨੂੰ ਮਿਲਿਆ। ਉਹਦਾ ਕਾਰਨ ਵੀ ਇਹ ਸੀ ਕਿ ਉਹ ਦੋਨੋਂ ਵੱਡੇ ਘਰ ਵਿਆਹੀਆਂ ਹੋਈਆਂ ਸਨ ਤੇ ਸੀਰਤ ਇੱਕ ਛੋਟੇ ਘਰ ਵਿਆਹੀ ਸੀ। ਉਹ ਕਾਰਾਂ ਵਿੱਚ ਆਈਆਂ ਸਨ ਤੇ ਸੀਰਤ ਹਰਜੀਤ ਨਾਲ ਸਾਈਕਲ ਤੇ ਆਈ ਸੀ। ਪਰ ਮਾਂ ਲਈ ਤਾਂ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਆ। ਬਸ ਤੇਜੋ ਦਾ ਸੀਰਤ ਨਾਲ ਥੋੜਾ ਭਾਵਨਾਤਮਕ ਤੌਰ ਤੇ ਜ਼ਿਆਦਾ ਲਗਾਵ ਸੀ। ਇੱਕ ਤਾਂ ਦੋਨੋਂ ਵੱਡੀਆਂ ਕੁੜੀਆਂ ਦੇ ਵਿਆਹ ਤੋਂ ਬਾਅਦ ਸੀਰਤ ਹੀ ਆਪਣੀ ਮਾਂ ਦੇ ਜ਼ਿਆਦਾ ਕਰੀਬ ਰਹੀ, ਤੇ ਦੂਸਰਾ ਪਿਛਲੇ ਕੁਝ ਮਹੀਨਿਆਂ ਵਿੱਚ ਜੋ ਕੁਝ ਵੀ ਉਹਦੇ ਨਾਲ ਹੋਇਆ ਸੀ ਉਹ ਵੀ ਇੱਕ ਕਾਰਨ ਸੀ। ਪਰ ਤੇਜ ਕੌਰ ਆਪਣੀ ਕਿਸੇ ਵੀ ਧੀ ਨਾਲ ਕੋਈ ਫਰਕ ਨਹੀਂ ਕਰਦੀ ਸੀ। ਤੇਜੂ ਨੇ ਪੋਤੇ ਹੋਣ ਦੀ ਖੁਸ਼ੀ ਵਿੱਚ ਉਹਨਾਂ ਸਾਰਿਆਂ ਨੂੰ ਇੱਕੋ ਜਿਹੇ ਸੂਟ, ਸ਼ਗਨ ਤੇ ਮਠਿਆਈ ਦਿੱਤੀ ਸੀ। ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਸੀ। ਕੁਝ ਕੁ ਮਹੀਨਿਆਂ ਬਾਅਦ ਵਿੰਦਰ ਦੇ 10ਵੀਂ ਦੇ ਪੇਪਰ ਹੋ ਗਏ ਤੇ ਆਖਰੀ ਪੇਪਰ ਵਾਲੇ ਦਿਨ ਹਰਦੀਪ ਨੇ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਿੰਦਰ ਨੇ ਸਾਫ਼ ਮਨਾ ਕਰ ਦਿੱਤਾ ਕਿਉਂਕਿ ਉਸਨੂੰ ਪਤਾ ਸੀ ਕਿ ਅੱਗੇ ਉਹਨਾਂ ਦਾ ਰਿਸ਼ਤਾ ਨਹੀਂ ਹੋਣਾ। ਇਸ ਲਈ ਉਸਨੇ ਆਪਣੇ ਸਾਰੇ ਅਹਿਸਾਸ, ਜਜ਼ਬਾਤ ਆਪਣੇ ਦਿਲ ਵਿੱਚ ਹੀ ਦਬਾ ਲਏ। ਹਰਦੀਪ ਨੂੰ ਕੁਝ ਨਹੀਂ ਦੱਸਿਆ ਤੇ ਉਹ ਵੀ ਹੁਣ ਘਰ ਬੈਠ ਗਈ ਤੇ ਆਪਣੀ ਮਾਂ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗੀ। ਪਰ ਦਿਲ ਵਿੱਚ ਦੱਬੇ ਜਜ਼ਬਾਤ ਹੰਝੂ ਬਣ ਕੇ ਬਹਿ ਹੀ ਜਾਂਦੇ ਸਨ। ਫਿਰ ਸੀਰਤ ਦੇ 7ਵੇਂ ਮਹੀਨੇ ਵਿੱਚ ਉਹਦੇ ਪੇਕੇ ਸੀਰਤ ਨੂੰ ਆਪਣੇ ਘਰੇ ਲੈ ਗਏ ਸਨ। ਉਸਦੀ ਮਾਂ ਉਹਦੀ ਹਰ ਜ਼ਰੂਰਤ ਦਾ ਖਿਆਲ ਰੱਖਦੀ। ਬਿੰਦਰ ਵੀ ਉਸ ਨਾਲ ਗੱਲਾਂ ਕਰਕੇ ਉਹਦਾ ਦਿਲ ਲਾਈ ਰੱਖਦੀ ਤੇ ਆਪਣੇ ਭਰਾਵਾਂ ਦੇ ਬੱਚਿਆਂ ਨੂੰ ਵੀ ਖਿਡਾਉਂਦੀ ਰਹਿੰਦੀ। ਫਿਰ ਉਹ ਸਮਾਂ ਵੀ ਆ ਗਿਆ ਜਦੋਂ ਸਵੇਰੇ ਸਵੇਰੇ ਪਾਲ ਜਾ ਕੇ ਦਾਈ ਨੂੰ ਬੁਲਾ ਲਿਆਇਆ। ਸੀਰਤ ਨੇ ਇੱਕ ਬੇਟੀ ਨੂੰ ਜਨਮ ਦਿੱਤਾ। ਸਵਾ ਮਹੀਨਾ ਕੱਟ ਕੇ ਉਹ ਆਪਣੇ ਘਰੇ ਵਾਪਸ ਆ ਗਈ। ਕੁਝ ਕੁ ਮਹੀਨਿਆਂ ਬਾਅਦ ਉਹਨਾਂ ਨੂੰ ਉਹ ਘਰ ਛੱਡਣਾ ਪਿਆ। ਫਿਰ ਹਰਜੀਤ ਨੇ ਸ਼ਹਿਰ ਵਿੱਚ ਕਿਰਾਏ ਤੇ ਘਰ ਲੈ ਲਿਆ ਤੇ ਉੱਥੇ ਹੀ ਕਿਸੇ ਲੱਕੜੀ ਦੀ ਦੁਕਾਨ ਤੇ ਕੰਮ ਕਰਨ ਲੱਗ ਪਿਆ। ਪਰ ਹਰਜੀਤ ਦਾ ਮਨ ਪਿੰਡ ਵਿੱਚ ਹੀ ਸੀ, ਇਸ ਲਈ ਉਸਨੇ ਪੈਸੇ ਇਕੱਠੇ ਕੀਤੇ ਤੇ ਪਿੰਡ ਵਿੱਚ ਘਰ ਬਣਾਉਣ ਲਈ ਜਗ੍ਹਾ ਲੈ ਲਈ। ਹੌਲੀ ਹੌਲੀ ਉੱਥੇ ਕਮਰਾ ਪਾਉਣਾ ਸ਼ੁਰੂ ਕਰ ਦਿੱਤਾ। ਇੱਕ ਕਮਰਾ ਬਣਾ ਲਿਆ, ਬਾਕੀ ਜਗ੍ਹਾ ਦੁਆਲੇ 4 ਦੀਵਾਰੀ ਕਰ ਦਿੱਤੀ। ਇਸ ਤਰ੍ਹਾਂ ਉਹ ਆਪਣੇ ਪਿੰਡ, ਆਪਣੇ ਘਰ ਵਿੱਚ ਆ ਗਏ। ਉਹਨਾਂ ਆਪਣੇ ਘਰ ਵਿੱਚ ਪਾਠ ਕਰਵਾਇਆ ਤੇ ਆਪਣੀ ਮਾਂ ਤੇ ਭੈਣਾਂ ਭਰਾਵਾਂ ਨੂੰ ਆਪਣੇ ਘਰ ਵਿੱਚ ਸੱਦਿਆ। ਉਹ ਸਾਰੇ ਖੁਸ਼ ਸਨ ਕਿ ਉਹਨਾਂ ਦੇ ਭਰਾ ਨੇ ਆਪਣਾ ਘਰ ਬਣਾ ਲਿਆ, ਪਰ ਹਰਜੀਤ ਦੀ ਮਾਂ ਸੀਰਤ ਤੋਂ ਹਜੇ ਵੀ ਖੁਸ਼ ਨਹੀਂ ਸੀ। ਉਹ ਉਹਨਾਂ ਦੇ ਘਰ ਆਉਂਦੀ ਜਾਂਦੀ ਤਾਂ ਰਹਿੰਦੀ, ਪਰ ਉਹਦੀ ਸੀਰਤ ਨਾਲ ਘੱਟ ਹੀ ਬਣਦੀ ਸੀ। ਕਦੇ ਵੀ ਉਹਨੂੰ ਸਿੱਧੇ ਮੂੰਹ ਨਾ ਬੁਲਾਉਂਦੀ। ਰੋਟੀ ਤਾਂ ਹੁਣ ਦੋਹਾਂ ਘਰਾਂ ਵਿੱਚ ਖਾ ਲੈਂਦੀ ਆ, ਕਦੇ ਵੱਡੀ ਨੂੰਹ ਕੋਲ ਤੇ ਕਦੇ ਛੋਟੀ ਨੂੰਹ ਕੋਲ, ਪਰ ਸਕੀ ਤਾਂ ਕਿਸੇ ਵੀ ਨੂੰਹ ਦੀ ਨਹੀਂ ਸੀ। ਘਰ ਘਰ ਬਹਿ ਕੇ ਉਹਨਾਂ ਦੀਆਂ ਚੁਗਲੀਆਂ ਕਰਦੀ ਰਹਿੰਦੀ। ਇੱਧਰ ਗੁਰਚਰਨ ਸਿੰਘ ਆਪਣੇ ਘਰ ਦੇ ਝਗੜਿਆਂ ਤੋਂ ਪਰੇਸ਼ਾਨ ਰਹਿਣ ਲੱਗਾ। ਜੁਗਰਾਜ ਤੇ ਉਹਦੀ ਘਰਵਾਲੀ ਨਿੱਤ ਲੜਦੀ ਰਹਿੰਦੀ। ਹੁਣ ਤਾਂ ਜੁਗਰਾਜ ਉਸ ਨੂੰ ਕੁੱਟਣ ਮਾਰਨ ਵੀ ਲੱਗਾ ਸੀ। ਆਪਣੇ ਘਰ ਦੇ ਬਦਲਦੇ ਹਾਲਾਤਾਂ ਤੋਂ ਗੁਰਚਰਨ ਸਿੰਘ ਬਹੁਤ ਪਰੇਸ਼ਾਨ ਹੋ ਚੁੱਕਿਆ ਸੀ, ਪਰ ਉਹਦੇ ਹੱਥ ਵੱਸ ਕੁਝ ਨਹੀਂ ਸੀ। ਜਿਵੇਂ ਜਿਵੇਂ ਉਸਦੀ ਉਮਰ ਵਧਦੀ ਗਈ, ਉਸਦੇ ਪੁੱਤ ਆਪਣੀ ਮਰਜ਼ੀ ਕਰਨ ਲੱਗ ਗਏ ਸਨ। ਉਸਦੀ ਕੋਈ ਨਹੀਂ ਸੁਣਦਾ ਸੀ। ਕਾਰਖਾਨੇ ਦੇ ਕੰਮ ਵਿੱਚ ਵੀ ਹੁਣ ਗੁਰਚਰਨ ਸਿੰਘ ਦੀ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ ਸੀ। ਗੁਰਚਰਨ ਦੀ ਇੱਕੋ ਧੀ ਰਹਿ ਗਈ ਸੀ, ਵਿੰਦਰ। ਉਹਦੇ ਵੀ ਹੱਥ ਪੀਲੇ ਕਰ ਦਿੱਤੇ ਤੇ ਉਹਨੂੰ ਉਹਦੇ ਸਹੁਰੇ ਘਰ ਤੋਰ ਦਿੱਤਾ ਗਿਆ। ਵਿੰਦਰ ਨੂੰ ਵੀ ਵਧੀਆ ਘਰ-ਬਾਰ ਮਿਲ ਗਿਆ ਸੀ, ਪਰ ਉਹਦਾ ਪਤੀ ਸ਼ਰਿੰਦਰ ਸਿੰਘ ਸ਼ਰਾਬੀ ਨਿਕਲਿਆ। ਸਵੇਰੇ ਸ਼ਾਮ ਦਾਰੂ ਨਾਲ ਰੱਜਿਆ ਰਹਿੰਦਾ। ਉਹਨਾਂ ਦਾ ਵੀ ਲੋਹੇ ਦੇ ਕੰਮ ਦਾ ਕਾਰਖਾਨਾ ਚੱਲਦਾ ਸੀ। ਉਹਦੇ 2 ਭਰਾ ਸਨ ਜੋ ਕੈਨੇਡਾ ਵਿੱਚ ਰਹਿੰਦੇ ਸਨ। ਇੱਥੇ ਤਾਂ ਉਸਦਾ ਪਿਓ ਤੇ ਉਹ ਆਪ ਕਾਰਖਾਨੇ ਦਾ ਕੰਮ ਸਾਂਭਦੇ ਸਨ। ਬਾਕੀ ਜ਼ਮੀਨ ਤੇ ਜਾਇਦਾਦ ਸੀ ਜੋ ਸ਼ਰਾਬ ਵਿੱਚ ਹੀ ਰੋੜੀ ਜਾ ਰਿਹਾ ਸੀ।
ਸ਼ਰਾਬ ਨੂੰ ਲੈ ਕੇ ਵਿੰਦਰ ਤੇ ਉਹਦੇ ਵਿਚਕਾਰ ਕਈ ਵਾਰ ਲੜਾਈ ਝਗੜੇ ਹੁੰਦੇ, ਪਰ ਵਿੰਦਰ ਦੇ ਸੱਸ ਸਹੁਰਾ ਦੋਨੋਂ ਹੀ ਕਾਫੀ ਸਮਝਦਾਰ ਇਨਸਾਨ ਸਨ, ਜੋ ਹਮੇਸ਼ਾ ਵਿੰਦਰ ਦੇ ਨਾਲ ਖੜੇ ਰਹੇ। ਬਸ ਉਹਨਾਂ ਸਹਾਰੇ ਹੀ ਵਿੰਦਰ ਦਿਨ ਕੱਟ ਰਹੀ ਸੀ। ਬਹੁਤ ਕੋਸ਼ਿਸ਼ ਕੀਤੀ ਕਿ ਸ਼ਰਿੰਦਰ ਦੀ ਸ਼ਰਾਬ ਛੁੱਟ ਜਾਵੇ, ਪਰ ਉਹਨਾਂ ਦੀ ਹਰ ਕੋਸ਼ਿਸ਼ ਨਾਕਾਮ ਹੀ ਰਹੀ। ਵਿੰਦਰ ਨੇ ਵੀ ਹਾਲਾਤਾਂ ਨਾਲ ਸਮਝੌਤਾ ਕਰ ਲਿਆ। ਸਮਾਂ ਗੁਜ਼ਰਦਾ ਗਿਆ, ਸਾਰਿਆਂ ਦੀ ਜ਼ਿੰਦਗੀ ਵਿੱਚ ਬਦਲਾਅ ਆਉਂਦੇ ਰਹੇ। ਗੁਰਚਰਨ ਸਿੰਘ ਦਾ ਆਪਣਾ ਘਰ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਕਾਰੋਬਾਰ ਵੀ। ਪਾਲ ਤੇ ਜੁਗਰਾਜ ਅਲੱਗ-ਅਲੱਗ ਹੋ ਗਏ। ਇਹਦਾ ਜ਼ਿੰਮੇਵਾਰ ਵੀ ਜੁਗਰਾਜ ਹੀ ਸੀ, ਕਿਉਂਕਿ ਉਹ ਹੁਣ ਅਲੱਗ ਕੰਮ ਕਰਨਾ ਚਾਹੁੰਦਾ ਸੀ, ਕਿਉਂਕਿ ਉਸਨੂੰ ਪਾਲ ਦੀ ਦਖਲਅੰਦਾਜ਼ੀ ਪਸੰਦ ਨਹੀਂ ਸੀ। ਤੇ ਘਰ ਦੇ ਦੋ ਹਿੱਸੇ ਹੋਣ ਦਾ ਕਾਰਨ ਉਹਨਾਂ ਦੋਨਾਂ ਦੀਆਂ ਘਰਵਾਲੀਆਂ ਦੇ ਆਪਸੀ ਲੜਾਈ ਝਗੜੇ ਸਨ। ਰੋਜ਼ ਦੇ ਕਲੇਸ਼ ਨੂੰ ਖਤਮ ਕਰਨ ਲਈ ਗੁਰਚਰਨ ਸਿੰਘ ਨੇ ਘਰ ਦੇ ਵਿੱਚੋਂ ਵਿੱਚ ਦੀਵਾਰ ਚਿਣਵਾ ਦਿੱਤੀ, ਤਾਂ ਜੋ ਘਰ ਵਿੱਚ ਸ਼ਾਂਤੀ ਬਣੀ ਰਹੇ। ਗੁਰਚਰਨ ਸਿੰਘ ਨੇ ਪਾਲ ਨੂੰ ਖੇਤਾਂ ਵਿੱਚੋਂ ਹਿੱਸਾ ਦੇ ਦਿੱਤਾ, ਜਿੱਥੇ ਪਾਲ ਨੇ ਆਪਣਾ ਅਲੱਗ ਕਾਰਖਾਨਾ ਖੋਲ ਲਿਆ। ਬਾਕੀ ਦੇ ਖੇਤ ਸਤਵੰਤ ਦੇ ਨਾਮ ਲਾ ਦਿੱਤੇ ਗਏ। ਚਾਰੋਂ ਭੈਣਾਂ ਨੇ ਆਪਣੇ ਆਪਣੇ ਹਿੱਸੇ ਆਪਣੇ ਭਰਾਵਾਂ ਦੇ ਨਾਮ ਹੀ ਲਿਖ ਕੇ ਕਾਗਜ਼ਾਂ ਤੇ ਸਾਈਨ ਕਰ ਦਿੱਤੇ ਸਨ, ਕਿਉਂਕਿ ਉਹ ਆਪਣੇ ਪੇਕਿਆਂ ਵਿੱਚੋਂ ਕੋਈ ਹਿੱਸਾ ਨਹੀਂ ਚਾਹੁੰਦੀਆਂ ਸਨ। ਪਰ ਗੁਰਚਰਨ ਸਿੰਘ ਆਪਣੀ ਧੀ ਸੀਰ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਉਹ ਉਸ ਨੂੰ ਕੁਝ ਹਿੱਸਾ ਦੇਣਾ ਚਾਹੁੰਦਾ ਸੀ, ਪਰ ਸੀਰਤ ਨੇ ਸਾਫ਼-ਸਾਫ਼ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਇੱਕ ਵਕਤ ਸੀ ਜਦੋਂ ਮੈਂ ਤੁਹਾਡੇ ਪੈਰਾਂ ਵਿੱਚ ਪੈ ਕੇ ਤੁਹਾਡੇ ਤੋਂ ਕੁਝ ਮੰਗਿਆ ਸੀ ਪਾਪਾ ਜੀ, ਪਰ ਤੁਸੀਂ ਮੈਨੂੰ ਉਹ ਨਹੀਂ ਦੇ ਸਕੇ। ਅੱਜ ਮੇਰੇ ਕੋਲ ਜੋ ਕੁਝ ਵੀ ਆ, ਮੈਂ ਉਹਦੇ ਵਿੱਚ ਖੁਸ਼ ਆ। 15 ਵਰ੍ਹੇ ਬੀਤ ਗਏ। ਗੁਰਚਰਨ ਸਿੰਘ ਦਾ ਪਰਿਵਾਰ ਫਿਰ ਹਰਾ ਭਰਾ ਹੋ ਗਿਆ ਸੀ। ਪੋਤੇ ਪੋਤੀਆਂ ਉਸੇ ਘਰ ਵਿੱਚ ਰੌਣਕ ਲਾਈ ਰੱਖਦੇ ਸਨ। ਪਾਲ ਦੇ 3 ਮੁੰਡੇ ਤੇ 1 ਧੀ ਸੀ। ਜੁਗਰਾਜ ਦੇ 2 ਮੁੰਡੇ ਤੇ 1 ਧੀ ਸੀ। ਛੁੱਟੀਆਂ ਵਿੱਚ ਉਸਦੀਆਂ ਧੀਆਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਆ ਜਾਂਦੀਆਂ, ਤਾਂ ਘਰ ਵਿੱਚ ਸਾਰਾ ਦਿਨ ਰੌਲਾ ਪੈਂਦਾ ਰਹਿੰਦਾ। ਤੇਜ ਕੌਰ ਤੇ ਉਹਦੀਆਂ ਨੂੰਹਾਂ ਨੂੰ ਤਾਂ ਕੰਮਾਂ ਤੋਂ ਵੇਲ ਹੀ ਨਹੀਂ ਮਿਲਦੀ। ਤੇਜ ਕੌਰ ਤਾਂ ਸਾਰੇ ਬੱਚਿਆਂ ਨੂੰ ਬਰਾਬਰ ਪਿਆਰ ਕਰਦੀ। ਬੱਚੇ ਵੀ ਉਹਦੇ ਦੁਆਲੇ ਦਾਦੀ ਦਾਦੀ ਨਾਨੀ ਨਾਨੀ ਕਰਦੇ ਘੁੰਮਦੇ ਫਿਰਦੇ ਸਨ। ਤੇਜ ਕੌਰ ਦੀਆਂ ਨੂੰਹਾਂ ਸੀਰ ਦੇ ਮੁੰਡੇ ਕੁੜੀ ਨੂੰ ਆਪਦੀਆਂ ਨੰਦਾਂ ਦੇ ਦੂਸਰੇ ਬੱਚਿਆਂ ਵਾਂਗ ਪਿਆਰ ਨਹੀਂ ਕਰਦੀਆਂ ਸਨ। ਕਿਤੇ ਨਾ ਕਿਤੇ ਉਹਨਾਂ ਨਾਲ ਫਰਕ ਕਰ ਹੀ ਦਿੰਦੀਆਂ ਸਨ। ਸੀਰਤ ਦੇ ਭਰਾ ਘਰ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਸਭ ਤੋਂ ਪਹਿਲਾਂ ਸੀਰਤ ਨੂੰ ਜਾ ਕੇ ਲੈ ਆਉਂਦੇ ਸਨ, ਤਾਂ ਜੋ ਉਹ ਘਰ ਦੇ ਕੰਮਾਂ ਵਿੱਚ ਸਹਾਇਤਾ ਕਰਵਾ ਸਕੇ। ਸੀਰਤ ਦੀਆਂ ਬਾਕੀ ਤਿੰਨੋਂ ਭੈਣਾਂ ਪ੍ਰੋਗਰਾਮ ਵਾਲੇ ਦਿਨ ਬੜੀ ਟੌਰ ਨਾਲ ਆਪਣੇ ਪਰਿਵਾਰ ਨਾਲ ਕਾਰਾਂ ਵਿੱਚ ਆਉਂਦੀਆਂ ਸਨ। ਉਸ ਦੀਆਂ ਭੈਣਾਂ ਦੇ ਬੱਚੇ ਦੀ ਉਸਦੇ ਬੱਚਿਆਂ ਦਾ ਮਜ਼ਾਕ ਉਡਾਉਂਦੇ ਰਹਿੰਦੇ ਸਨ। ਸੀਰਤ ਤੇ ਉਸਦੇ ਬੱਚੇ ਪਿੰਡ ਵਿੱਚ ਰਹਿੰਦੇ ਸਨ। ਉਸ ਦੀਆਂ ਭੈਣਾਂ ਪਿੰਡ ਚੋਂ ਨਿਕਲ ਕੇ ਸ਼ਹਿਰਾਂ ਵਿੱਚ ਵੱਡੇ ਘਰਾਂ ਵਿੱਚ ਜਾ ਵਸੀਆਂ। ਇਸ ਲਈ ਉਹਨਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਨ ਲੱਗੇ ਹੋਏ ਸਨ, ਜਿਸ ਕਰਕੇ ਉਹਨਾਂ ਦੇ ਬੱਚੇ ਸੀਰਤ ਦੇ ਬੱਚਿਆਂ ਦਾ ਮਜ਼ਾਕ ਉਡਾਉਂਦੇ ਰਹਿੰਦੇ ਸਨ। ਪਰ ਸੀਰਤ ਨੇ ਕਦੇ ਆਪਣੀਆਂ ਭੈਣਾਂ ਤੇ ਬੱਚਿਆਂ ਨੂੰ ਆਪਣੇ ਬੱਚਿਆਂ ਵਿੱਚ ਭੇਦਭਾਵ ਨਹੀਂ ਕੀਤਾ। ਉਹਦੀਆਂ ਭੈਣਾਂ ਭਾਵੇਂ ਉਹਦੇ ਨਾਲ ਫਰਕ ਕਰਨ ਲੱਗ ਗਈਆਂ ਸਨ। ਇੱਥੇ ਫਰਕ ਅਮੀਰੀ ਗਰੀਬੀ ਦਾ ਸੀ। ਬਸ ਇੱਕ ਵਿੰਦਰ ਹੀ ਸੀ ਜੋ ਸੀਰਤ ਨਾਲ ਭੈਣਾਂ ਵਾਂਗ ਵਰਤਦੀ ਸੀ। ਕੁਝ ਕੁ ਸਾਲਾਂ ਬਾਅਦ ਵਿੰਦਰ ਦੇ ਘਰ ਵਾਲੇ ਦੀ ਲੀਵਰ ਖਰਾਬ ਹੋਣ ਕਰਕੇ ਮੌਤ ਹੋ ਗਈ, ਪਰ ਉਹ ਆਪਣੇ ਸਹੁਰੇ ਘਰ ਹੀ ਰਹਿ ਰਹੀ ਸੀ। ਬੱਚੇ ਵੀ ਵੱਡੇ ਹੋ ਗਏ ਤੇ ਵੱਡਾ ਮੁੰਡਾ ਵੀ ਆਪਣੀ ਚਾਚੀਆਂ ਕੋਲ ਕੈਨੇਡਾ ਚਲਾ ਗਿਆ, ਪਰ ਛੋਟਾ ਆਪਣੀ ਮੰਮੀ ਕੋਲ ਹੀ ਰਿਹਾ। ਘਰ ਸਾਰਿਆਂ ਦਾ ਸਾਂਝਾ ਸੀ, ਇਸ ਲਈ ਚਾਚੀਆਂ ਦਾ ਵੀ ਹਿੱਸਾ ਸੀ ਜੋ ਵਿੰਦਰ ਤੇ ਸਹੁਰਾ ਸਾਹਿਬ ਨੇ ਆਪਣੇ ਜਿਉਂਦੇ ਜੀ ਉਹਨਾਂ ਨੂੰ ਦੇ ਦਿੱਤਾ। ਵਿੰਦਰ ਨੂੰ ਵੀ ਬਰਾਬਰ ਘਰ ਵਿੱਚੋਂ ਹਿੱਸਾ ਮਿਲਿਆ ਤੇ ਛੋਟੇ ਬੇਟੇ ਨਾਲ ਉੱਥੇ ਹੀ ਰਹਿ ਰਹੀ ਸੀ ਤੇ ਉਹਦੇ ਸਹੁਰਾ ਸਾਹਿਬ ਵੀ। ਸੱਸ ਤਾਂ ਕਦੋਂ ਦੀ ਦੁਨੀਆ ਤੋਂ ਚਲੀ ਗਈ। ਵਿੰਦਰ ਦਾ ਵੱਡਾ ਬੇਟਾ ਕੈਨੇਡਾ ਜਾ ਕੇ ਉੱਥੇ ਦਾ ਹੀ ਬਣ ਕੇ ਰਹਿ ਗਿਆ। ਆਪਣੇ ਛੋਟੇ ਭਰਾ ਬਾਰੇ ਤਾਂ ਉਹਨੇ ਕਦੇ ਸੋਚਿਆ ਹੀ ਨਹੀਂ। ਉਹਨੇ ਬੜੇ ਬੁਰੇ ਦਿਨ ਦੇਖੇ, ਕੰਮਕਾਰ ਵੀ ਕਦੇ ਸੈੱਟ ਨਹੀਂ ਹੋ ਪਾਇਆ। ਉਹਦਾ ਕੰਮ ਅਸਫਲ ਹੁੰਦਾ ਗਿਆ। ਪਰ ਵਿੰਦਰ ਦਾ ਸਹੁਰਾ ਆਪਣੇ ਮਰਨ ਤੋਂ ਪਹਿਲਾਂ ਆਪਣਾ ਕਾਰਖਾਨਾ ਵਿੰਦਰ ਦੇ ਛੋਟੇ ਮੁੰਡੇ ਰਮਨੀਕ ਦੇ ਨਾਮ ਲਗਵਾ ਗਿਆ, ਕਿਉਂਕਿ ਉਹ ਜਾਣਦਾ ਸੀ ਕਿ ਉਸ ਬਾਰੇ ਕਿਸੇ ਨੇ ਨਹੀਂ ਸੋਚਣਾ, ਨਾ ਉਹਦੇ ਚਾਚਿਆਂ ਨੇ, ਨਾ ਹੀ ਉਹਦੇ ਭਰਾ ਨੇ।
ਹੁਣ ਰਮਨੀਕ ਕੋਲ ਕਾਰਖਾਨਾ ਹੀ ਇੱਕੋ ਇੱਕ ਆਮਦਨੀ ਦਾ ਸਾਧਨ ਸੀ। ਉਸਦੇ ਸਿਰ ਹੁਣ ਆਪਣੀ ਮਾਂ ਵਿੰਦਰ ਤੇ ਆਪਣੀ ਪਤਨੀ ਤੇ ਬੱਚੇ ਦੀ ਜ਼ਿੰਮੇਵਾਰੀ ਸੀ। ਇਸ ਲਈ ਉਹ ਦਿਨ ਰਾਤ ਮਿਹਨਤ ਕਰ ਰਿਹਾ ਸੀ। ਉਸਨੇ ਕਾਰਖਾਨੇ ਵਿੱਚ ਕੰਮ ਨੂੰ ਹੋਰ ਵਧਾਇਆ ਤੇ ਚੱਕੀ ਦਾ ਕੰਮ ਸ਼ੁਰੂ ਕੀਤਾ, ਜਿੱਥੇ ਆਟਾ ਚੌਲ ਦੇ ਨਾਲ-ਨਾਲ ਤੇਲ ਕੱਢਣ ਦੀ ਮਸ਼ੀਨ ਵੀ ਲਗਾਈ। ਜਦੋਂ ਉਹਦੇ ਚਾਚੇ ਨੂੰ ਕਾਰਖਾਨੇ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੂੰ ਇਸ ਗੱਲ ਦਾ ਬਹੁਤ ਸਾੜਾ ਸੀ ਕਿ ਉਹਨਾਂ ਦੇ ਪਿਤਾ ਨੇ ਆਪਣਾ ਪੂਰਾ ਕਾਰਖਾਨਾ ਰਮਨੀਕ ਦੇ ਨਾਮ ਲਗਵਾ ਦਿੱਤਾ। ਇਸ ਲਈ ਉਹਨਾਂ ਨੇ ਕਾਰਖਾਨੇ ਵਿੱਚੋਂ ਵੀ ਆਪਣਾ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਪਰ ਸੀਰਤ ਦੀ ਹਾਲਤ ਨਾ ਸੁਧਰੀ। ਉਹ ਤਾਂ ਹਜੇ ਵੀ ਗਰੀਬੀ ਵਿੱਚ ਦਿਨ ਗੁਜ਼ਾਰ ਰਹੀ ਸੀ। ਆਪਣੇ ਘਰ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸੀ। ਕਿਸੇ ਨਾਲ ਕਦੇ ਵੀ ਕੋਈ ਸ਼ਿਕਾਇਤ ਨਾ ਕੀਤੀ। ਜਦ ਆਪਣਾ ਖੂਨ ਹੀ ਨਾ ਸਮਝਦਾ ਹੋਵੇ, ਫਿਰ ਦੂਸਰਿਆਂ ਤੋਂ ਤਾਂ ਕੋਈ ਉਮੀਦ ਹੀ ਨਹੀਂ ਹੁੰਦੀ। ਸੀਰਤ ਦੇ ਨਾਲ ਦੇ ਜੰਮੇ ਭੈਣ ਭਾਈ ਵੀ ਵਿਗਾਨਿਆਂ ਵਾਂਗ ਵਰਤਾਓ ਕਰਦੇ ਸਨ। ਉਹ ਉਦੋਂ ਤੱਕ ਆਪਣੇ ਪੇਕੇ ਜਾਂਦੀ ਜਦੋਂ ਤੱਕ ਉਹਦੀ ਮਾਂ ਜਿਉਂਦੀ ਸੀ। ਮਰਨ ਤੋਂ ਬਾਅਦ ਉਹਨੇ ਪੇਕੇ ਜਾਣਾ ਘੱਟ ਕਰ ਦਿੱਤਾ। ਬਾਹਰ ਰਹਿੰਦਾ ਉਹਦਾ ਭਰਾ ਸਤਵੰਤ ਬਾਕੀ ਸਾਰੀਆਂ ਭੈਣ ਭਰਾਵਾਂ ਨਾਲ ਫੋਨ ਤੇ ਗੱਲਬਾਤ ਕਰ ਲੈਂਦਾ, ਪਰ ਉਹਦੇ ਨਾਲ ਕਦੇ ਫੋਨ ਤੇ ਗੱਲ ਨਹੀਂ ਕੀਤੀ। ਕਦੇ ਉਹ ਆਪਣੇ ਵੱਲੋਂ ਫੋਨ ਲਗਾ ਲੈਂਦੀ ਤੇ ਹਾਲ ਚਾਲ ਪੁੱਛ ਲੈਂਦੀ ਸੀ। ਇਹ ਉਹੀ ਭਰਾ ਸੀ ਜੋ ਕਿਸੇ ਟਾਈਮ ਉਹਦੀ ਖੁਸ਼ੀ ਲਈ ਉਹਦੇ ਨਾਲ ਖੜਾ ਸੀ, ਪਰ ਬਾਹਰ ਜਾ ਕੇ ਉਹਦੇ ਵੀ ਰੰਗ ਢੰਗ ਬਦਲ ਗਏ ਸਨ। ਗੁਰਚਰਨ ਸਿੰਘ ਦੀ ਵੀ ਹੁਣ ਕਾਫੀ ਉਮਰ ਹੋ ਗਈ ਸੀ। ਕਦੇ ਜੁਗਰਾਜ ਨਾਲ ਕਾਰਖਾਨੇ ਬੈਠਾ ਰਹਿੰਦਾ, ਕਦੇ ਘਰ ਆ ਕੇ ਲੰਮਾ ਪਿਆ ਰਹਿੰਦਾ। ਜੁਗਰਾਜ ਨੇ ਵੀ ਆਪਣੇ ਛੋਟੇ ਮੁੰਡੇ ਨੂੰ ਇੰਗਲੈਂਡ ਸਤਵੰਤ ਕੋਲ ਭੇਜ ਦਿੱਤਾ ਸੀ। ਵੱਡਾ ਮੁੰਡਾ ਉਹਦੇ ਨਾਲ ਕਾਰਖਾਨਾ ਚਲਾ ਰਿਹਾ ਸੀ। ਦੂਸਰੀ ਤਰਫ ਪਾਲ ਨੇ ਵੀ ਆਪਣੇ ਦੋ ਮੁੰਡਿਆਂ ਨੂੰ ਬਾਹਰ ਕੈਨੇਡਾ ਭੇਜ ਦਿੱਤਾ ਤੇ ਇੱਕ ਮੁੰਡਾ ਉਹਦੇ ਨਾਲ ਕਾਰਖਾਨਾ ਸੰਭਾਲਦਾ ਸੀ। ਸਾਰਿਆਂ ਦੀ ਜ਼ਿੰਦਗੀ ਚਲਦੀ ਜਾ ਰਹੀ ਸੀ ਤੇ ਬਦਲਦੇ ਸਮੇਂ ਨਾਲ ਬਦਲਾਅ ਵੀ ਆਉਂਦੇ ਗਏ। ਗੁਰਚਰਨ ਸਿੰਘ ਦੀਆਂ ਅੱਖਾਂ ਨੇ ਵੀ ਬਹੁਤ ਕੁਝ ਦੇਖਿਆ, ਬਹੁਤ ਕੁਝ ਖੋਇਆ। ਆਪਣੇ ਵੱਡੇ ਮੁੰਡੇ ਪਾਲ ਨੂੰ, ਫਿਰ ਆਪਣੀ ਧੀ ਸੀਰਤ ਨੂੰ ਤੇ ਫਿਰ ਪਾਲ ਦੀ ਘਰਵਾਲੀ ਵੀਰੋ ਨੂੰ। ਇੱਕ ਇੱਕ ਕਰਕੇ ਸਾਰੇ ਹੀ ਅੱਖਾਂ ਮੂਹਰੋਂ ਜਾਂਦੇ ਗਏ। ਸੀਰਤ ਦੇ ਬੱਚੇ ਹਜੇ ਵਿਆਹੇ ਨਹੀਂ ਸਨ। ਉਹਦੇ ਜਾਣ ਤੋਂ ਬਾਅਦ ਤਾਂ ਜੁਗਰਾਜ ਨੇ ਉਹਦੇ ਬੱਚਿਆਂ ਨਾਲ ਵੀ ਰਿਸ਼ਤਾ ਖਤਮ ਕਰ ਦਿੱਤਾ। ਆਪਣੀਆਂ ਬਾਕੀ ਭੈਣਾਂ ਵੀ ਉਹਨਾਂ ਨਾਲ ਮਿਲ ਵਰਤਨ ਤੋਂ ਮਨਾ ਕਰ ਦਿੱਤਾ, ਕਿਉਂਕਿ ਜੁਗਰਾਜ ਦੀ ਹਰਜੀਤ ਨਾਲ ਨਹੀਂ ਬਣਦੀ ਸੀ। ਹਰਜੀਤ ਨਾਲ ਉਹਦੀ ਕਾਫੀ ਤੂੰ ਮੈਂ ਹੋਈ। ਦੋਨੋਂ ਹੀ ਗੁੱਸੇ ਵਾਲੇ ਸਨ। ਜਿਸ ਸਮੇਂ ਸੀਰਤ ਦੇ ਬੱਚਿਆਂ ਨੂੰ ਨਾਨਕਿਆਂ ਦੀ ਜ਼ਰੂਰਤ ਸੀ, ਉਸ ਸਮੇਂ ਸਾਰੇ ਉਹਨਾਂ ਤੋਂ ਦੂਰ ਹੋ ਗਏ। ਸਤਵੰਤ ਬਾਹਰ ਹੀ ਰਿਹਾ ਤੇ ਕਦੇ ਕਦਾਈ ਆਪਣੇ ਪਿਤਾ ਨੂੰ ਮਿਲਣ ਆ ਜਾਂਦਾ ਸੀ। ਉਹ ਵੀ ਸੀਰਤ ਦੇ ਬੱਚਿਆਂ ਨੂੰ ਮੁੜ ਕੇ ਕਦੇ ਨਹੀਂ ਮਿਲਿਆ। ਸਾਰਿਆਂ ਦੇ ਬੱਚੇ ਵਿਆਹੁਣ ਲਾਇਕ ਹੋ ਗਏ ਸਨ, ਪਰ ਗੁਰਚਰਨ ਹੁਣ ਬਹੁਤ ਬਿਮਾਰ ਰਹਿਣ ਲੱਗ ਪਿਆ ਸੀ। ਉਹਨੇ ਬਸ ਪਾਲ ਦੇ ਮੁੰਡੇ ਦਾ ਤੇ ਸ਼ਿੰਦਰ ਦੇ ਮੁੰਡੇ ਦਾ ਵਿਆਹ ਹੀ ਦੇਖਿਆ ਸੀ। ਹੁਣ ਉਸ ਤੋਂ ਮੰਜੇ ਤੋਂ ਉੱਠਿਆ ਵੀ ਨਹੀਂ ਜਾਂਦਾ। ਫਿਰ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੋਂ ਠੀਕ ਹੋ ਕੇ ਉਹ ਘਰ ਵਾਪਸ ਆ ਵੀ ਗਿਆ ਸੀ। ਪਰ ਘਰ ਆ ਕੇ ਉਹ ਬਹੁਤਾ ਸਮਾਂ ਨਹੀਂ ਰਹਿ ਸਕਿਆ ਤੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਸਾਡੇ ਸਮਾਜ ਵਿੱਚ ਪੱਖਪਾਤ ਕੇਵਲ ਕੁੜੀ ਮੁੰਡੇ ਵਿੱਚ ਜਾਂ ਔਰਤ ਮਰਦ ਵਿੱਚ ਹੀ ਨਹੀਂ ਕੀਤਾ ਜਾਂਦਾ। ਪੱਖਪਾਤ ਜਾਤਾਂ ਵਿੱਚ, ਧਰਮਾਂ ਵਿੱਚ, ਅਮੀਰ ਗਰੀਬ ਵਿੱਚ, ਛੋਟਾ ਵੱਡਾ ਹਰ ਜਗ੍ਹਾ ਕੀਤਾ ਜਾਂਦਾ ਹੈ। ਇਹ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਤੇ ਚੱਲ ਰਿਹਾ ਹੈ ਤੇ ਚੱਲਦਾ ਰਹੇਗਾ। ਇਹ ਭੇਦਭਾਵ ਸ਼ਾਇਦ ਕਦੇ ਖਤਮ ਵੀ ਨਹੀਂ ਹੋਣਾ। ਘਰ ਪਰਿਵਾਰਾਂ ਵਿੱਚ, ਦੇਸ਼ ਦੁਨੀਆ ਵਿੱਚ ਹਰ ਜਗ੍ਹਾ ਭੇਦਭਾਵ ਦੀ ਭਾਵਨਾ ਭਰੀ ਹੋਈ ਆ। ਆਪਸੀ ਰਿਸ਼ਤਿਆਂ ਵਿੱਚ ਪੱਖਪਾਤ ਰਿਸ਼ਤਿਆਂ ਨੂੰ, ਉਸ ਵਿਚਲੇ ਪਿਆਰ ਨੂੰ ਖਤਮ ਕਰ ਦਿੰਦਾ ਹੈ। ਫਿਰ ਨਾ ਉਹ ਪਹਿਲਾਂ ਵਾਲਾ ਪਿਆਰ ਮੁਹੱਬਤ ਰਹਿੰਦਾ ਹੈ ਤੇ ਨਾ ਹੀ ਉਹ ਦੁਬਾਰਾ ਵਿਸ਼ਵਾਸ ਹੁੰਦਾ ਹੈ। ਘਰ ਪਰਿਵਾਰ ਜੋ ਸਾਂਝੇ ਹੁੰਦੇ ਸਨ, ਜਿੱਥੇ ਹਰ ਕਿਸੇ ਦੀਆਂ ਭਾਵਨਾਵਾਂ ਦੀ ਕਦਰ ਹੁੰਦੀ ਸੀ, ਸਾਰੇ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਅਜੋਕੇ ਸਮੇਂ ਇਹ ਸਭ ਕੁਝ ਸਮਾਪਤ ਹੋ ਚੁੱਕਿਆ ਹੈ। ਭੇਦਭਾਵ ਦੀ ਭਾਵਨਾ ਹਰ ਜਗ੍ਹਾ, ਹਰ ਸਮਾਜ ਵਿੱਚ ਆ। ਇਸ ਕਹਾਣੀ ਵਿੱਚ ਤੁਸੀਂ ਇੱਕ ਪਿਤਾ ਵੱਲੋਂ ਆਪਣੇ ਹੀ ਧੀਆਂ ਪੁੱਤਰਾਂ ਵਿਚਕਾਰ ਪੱਖਪਾਤ ਦੇਖਿਆ, ਪਰ ਇੱਥੋਂ ਤੱਕ ਵੀ ਦੇਖਿਆ ਗਿਆ ਕਿ ਇੱਕ ਮਾਂ ਵੀ ਆਪਣੇ ਢਿੱਡੋਂ ਜੰਮੀਆਂ ਦੋ ਧੀਆਂ ਨਾਲ ਪੱਖਪਾਤ ਕਰ ਦਿੰਦੀ ਆ। ਇੱਕ ਧੀ ਗਰੀਬ ਆ
ਤੇ ਦੂਸਰੀ ਅਮੀਰ। ਮਾਂ ਅਤੇ ਦੋਹਾਂ ਧੀਆਂ ਨਾਲ ਫਰਕ ਕਰਦੀ ਆ। ਬੇਸ਼ੱਕ ਇਹ ਹਰ ਪਰਿਵਾਰ ਵਿੱਚ ਨਹੀਂ ਹੁੰਦਾ, ਪਰ ਕੁਝ ਪਰਿਵਾਰ ਹੈ ਜਿਨ੍ਹਾਂ ਵਿੱਚ ਅਜਿਹਾ ਹੁੰਦਾ ਹੈ। ਜੇ ਮਾਂ-ਬਾਪ ਹੀ ਆਪਣੀ ਬੱਚੀਆਂ ਪ੍ਰਤੀ ਪੱਖਪਾਤ ਦੀ ਭਾਵਨਾ ਰੱਖਣਗੇ ਤਾਂ ਇਹ ਫਰਕ ਕਿਵੇਂ ਜਾਵੇਗਾ? ਪਹਿਲਾਂ ਹੀ ਸਮਾਜ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਪੱਖਪਾਤ ਹੁੰਦੇ ਆਏ ਹਨ। ਧਰਮ, ਜਾਤ, ਅਮੀਰੀ, ਗਰੀਬੀ, ਪੜ੍ਹਾਈ, ਹਰ ਚੀਜ਼ ਵਿੱਚ ਪੱਖਪਾਤ ਹੁੰਦਾ ਹੈ। ਜੇ ਰਿਸ਼ਤਿਆਂ ਵਿੱਚ ਵੀ ਅਜਿਹਾ ਹੁੰਦਾ ਰਿਹਾ ਤਾਂ ਇਹ ਕਿਵੇਂ ਖਤਮ ਹੋਵੇਗਾ? ਬਸ ਅੱਜ ਇਹ ਕਹਾਣੀ ਇੱਥੇ ਹੀ ਖਤਮ ਕਰ ਰਹੀ ਹਾਂ। ਲਿਖਣ ਨੂੰ ਤਾਂ ਅੱਗੇ ਵੀ ਬਹੁਤ ਕੁਝ ਲਿਖਿਆ ਜਾ ਸਕਦਾ ਹੈ, ਕਿਉਂਕਿ ਇਹ ਪੱਖਪਾਤ ਕਦੇ ਖਤਮ ਹੋਇਆ ਹੀ ਨਹੀਂ। ਇਹ ਸਿਰਫ ਗੁਰਚਰਨ ਦੇ ਪਰਿਵਾਰ ਦੀ ਕਹਾਣੀ ਨਹੀਂ ਸੀ, ਇਹ ਹਰ ਇੱਕ ਪਰਿਵਾਰ ਦੀ ਕਹਾਣੀ ਆ। ਮੈਂ ਖੁਦ ਵੀ ਇੱਕ ਇਹੋ ਜਿਹੇ ਪਰਿਵਾਰ ਵਿੱਚੋਂ ਹੀ ਹਾਂ, ਕਿਉਂਕਿ ਇਹ ਪੱਖਪਾਤ ਹਰ ਇੱਕ ਪਰਿਵਾਰ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਹੈ। ਕਿ ਇਹਦਾ ਕਦੇ ਅੰਤ ਹੋਵੇਗਾ? ਧੰਨਵਾਦ ਜੀ ਸਾਰਿਆਂ ਦਾ ਇਹ ਕਹਾਣੀ ਨੂੰ ਪੂਰਾ ਸੁਣਨ ਦੇ ਲਈ। ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ। ਕੱਲ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ। ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ।